ਜੀ ਪਈ ਐਫਬੀਆਈ ਦੀ ਲੇਟੈਸਟ ਵਾਰਨਿੰਗ ਆਈ ਹੈਗੀ ਆ ਵੀ ਬਹੁਤ ਤੇਜ਼ੀ ਦੇ ਨਾਲ ਸਕੈਮ ਚੱਲ ਰਹੇ ਆ ਜਿਹਦੇ ਮੁਤਾਬਕ ਤੁਹਾਡੇ ਜਿਹੜੇ ਬੈਂਕ ਅਕਾਊਂਟ ਆ ਉਹ ਜ਼ੀਰੋ ਆਊਟ ਹੋ ਸਕਦੇ ਹੈਗੇ ਆ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਇਹ ਵਾਰਨਿੰਗ ਦਿੱਤੀ ਆ ਵੀ ਇਹ ਇਕੱਲਾ ਬਿਜ਼ਨੈਸਸ ਨੂੰ ਨਹੀਂ, ਪਰਸਨਲ ਅਕਾਊਂਟਸ ਨੂੰ ਵੀ ਜਿਹੜਾ ਇਹ ਜੋ ਸਾਈਬਰ ਕ੍ਰਾਈਮ ਵਾਲੇ ਆ ਉਹ ਹਿੱਟ ਕਰ ਰਹੇ ਹੈਗੇ ਆ। ਬਿਊਰੋ ਦਾ ਜਿਹੜਾ ਇੰਟਰਨੈਟ ਕ੍ਰਾਈਮ ਕੰਪਲੇਂਟ ਸੈਂਟਰ ਹੈਗਾ, ਉਹਦੇ ਮੁਤਾਬਕ ਜਿਹੜੇ ਸਾਈਬਰ ਕ੍ਰਿਮੀਨਲਸ ਆ ਉਹ ਇਸ ਤਰ੍ਹਾਂ ਸ਼ੋਅ ਕਰਦੇ ਵੀ ਅਸੀਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ ਆ, ਮੇ ਬੀ ਜੀ ਮੈਂ ਬੈਂਕ ਬੈਂਕ ਆਫ ਵਾਲਾ ਅਮਰੀਕਾ ਤੋਂ ਕਾਲ ਕਰ ਰਿਹਾ ਤੇ ਤੁਹਾਡਾ ਜਿਹੜਾ ਕਾਰਡ ਆ ਉਹ ਯੂਜ਼ ਹੋਇਆ ਹੈਗਾ ਫਾਇਰ ਆਰਮਸ ਖਰੀਦਣ ਲਈ, ਵੀ ਕਿਸੇ ਤਰ੍ਹਾਂ ਦੇ ਨਾਲ ਹਥਿਆਰ ਖਰੀਦੇ ਗਏ ਹੈਗੇ ਆ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਤੁਹਾਡਾ ਜਿਹੜਾ ਇਨਫੋਰਮੇਸ਼ਨ ਆ ਉਹ ਠੀਕ ਆ ਜਾਂ ਗਲਤ ਆ। ਤੇ ਇਸ ਸਕੀਮ ਦੇ ਵਿੱਚ ਉਹ ਤੁਹਾਤੋਂ ਤੁਹਾਡੇ ਲੌਗਇਨ ਪੁੱਛ ਲੈਂਦੇ ਆ ਕਈ ਵਾਰੀ, ਯੂਜ਼ਰ ਨੇਮ ਪਾਸਵਰਡ, ਜਾਂ ਜਿਹੜੇ ਉਹ ਕਾਲ ਕਰਦੇ ਆ ਉਹ ਗਲਤੀ ਈਮੇਲ ਹੁੰਦੀ ਆ, ਗਲਤੀ ਵੈਬਸਾਈਟ ਹੁੰਦੇ ਆ। ਇਹ ਤੁਹਾਨੂੰ ਕਾਲ ਦੇ ਰਾਹੀਂ, ਈਮੇਲ ਦੇ ਰਾਹੀਂ ਸਾਰਾ ਕੁਝ ਇਹ ਹੁੰਦਾ ਹੈਗਾ। ਕੁਛ ਕੇਸਸ ਦੇ ਵਿੱਚ ਜਿਹੜੇ ਸਕੈਮਰਸ ਆ ਉਹ ਇਹ ਸ਼ੋਅ ਕਰਦੇ ਆ ਵੀ ਜੀ ਫਰੋਜੂਲੈਂਟਲੀ ਤੁਹਾਡਾ ਕਾਰਡ ਜਿਹੜਾ ਹੈ ਯੂਜ਼ਰ, ਸਾਨੂੰ ਸ਼ੱਕ ਪੈਂਦੀ ਆ ਵੀ ਤੁਸੀਂ ਯੂਜ਼ ਨਹੀਂ ਕੀਤਾ, ਜਦ ਕਿ ਉਹਨਾਂ ਨੂੰ ਪਤਾ ਹੀ ਹੁੰਦਾ ਆ ਵੀ ਇਹ ਗਲਤ ਹੈਗਾ, ਪਰ ਬੰਦਾ ਡਰਦਾ ਮਾਰਾ ਦਵਾ-ਦਵ ਇਨਫੋਰਮੇਸ਼ਨ ਦੇ ਦਿੰਦਾ ਹੈਗਾ। ਖਾਸ ਕਰਕੇ ਜਦੋਂ ਉਹ ਕਹਿੰਦੇ ਆ ਵੀ ਜੀ ਮੈਂ ਕਿਸੇ ਨੇ ਫਾਇਰ ਆਰਮ ਖਰੀਦੇ ਆ ਤੇ ਬੰਦਾ ਡਰ ਜਾਂਦਾ ਵੀ ਕਿਤੇ ਮੇਰਾ ਕੋਈ ਪੁਲਿਸ ਕੇਸ ਨਾ ਬਣ ਜਾਏ। ਤੇ ਇਹਦੇ ਮੁਤਾਬਕ ਉਹ ਕਹਿੰਦੇ ਵੀ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈਗਾ। ਪੂਰੀ ਜਿਹੜੀ ਇਨਫੋਰਮੇਸ਼ਨ ਆ, ਖਾਸ ਕਰਕੇ ਜਿਹੜੇ ਤੁਹਾਡੇ ਪਾਸਵਰਡਸ ਵਗੈਰਾ ਆ ਉਹ ਕਾਫੀ ਸਟਰੋਂਗ ਹੋਣੇ ਚਾਹੀਦੇ ਆ। ਡਾਟਾ ਮੈਂ ਤੁਹਾਨੂੰ ਦੱਸ ਦਿੰਦਾ, ਕਹਿੰਦੇ ਵੀ ਇਸ ਸਾਲ ਜਨਵਰੀ ਤੋਂ ਲੈ ਕੇ ਅਕਤੂਬਰ ਦੇ ਐਂਡ ਤੱਕ 5100 ਕੰਪਲੇਨਸ ਆਲਰੇਡੀ ਐਫਬੀਆਈ ਕੋ ਪਹੁੰਚੀਆਂ, ਜਿਹਦੇ ਮੁਤਾਬਕ $262 ਮਿਲੀਅਨ ਲੋਕਾਂ ਦੀਆਂ ਬੈਂਕਾਂ ਚੋਂ ਜਿਹੜੇ ਚੋਰ ਆ ਉਹ ਪੈਸੇ ਕਢਾ ਕੇ ਲੈ ਗਏ ਹੈਗੇ ਆ। ਸੋ ਤੇ ਮੁੜਦੇ ਨਹੀਂ ਆ ਕੁਛ ਕਦੀ ਵੀ ਇਹ ਪੈਸੇ, ਇਹ ਜਿਹੜੇ ਜੀ ਗਏ ਉੱਡ ਗਏ। ਇਹ ਜਿਹੜੀ ਹੈ ਨਾ, ਇਸ ਨੂੰ ਅਕਾਊਂਟ ਟੇਕ ਓਵਰ ਫਰਾਡ ਸਕੀਮ ਜਿਹੜਾ ਉਹ FBI ਦੇ ਦੁਆਰਾ ਦੱਸਿਆ ਜਾ ਰਿਹਾ ਆ। ਸੋ ਤੁਹਾਡੇ ਬੈਂਕ ਬਣ ਕੇ ਤੁਹਾਨੂੰ ਜਿਹੜਾ ਆ ਉਹ ਗੁੰਮਰਾਹ ਕਰਦੇ ਨੇ, ਤੁਹਾਡੇ ਲੌਗਇਨ ਲੈਂਦੇ ਨੇ, ਤੁਹਾਡੇ ਕੋਲ ਵਨ ਟਾਈਮ ਪਾਸਵਰਡ ਜਾਂ ਮਲਟੀ ਫੈਕਟਰ ਜਿਹੜਾ ਅਥੈਂਟੀਕੇਸ਼ਨ ਤੁਸੀਂ ਲਾਈ ਹੁੰਦੇ ਆ, ਉਹਨੂੰ ਵੀ ਭਰਮਾ ਕੇ ਸੋਸ਼ਲ ਇੰਜੀਨੀਅਰਿੰਗ ਕਰਦੇ ਹੋਏ ਤੁਹਾਡੇ ਕੋਲੋਂ ਉਹ ਗੱਲਾਂ ਜਿਹੜੀਆਂ ਉਹ ਕਢਾ ਲੈਂਦੇ ਨੇ। ਸੋ ਕਈ ਵਾਰੀ ਤੁਹਾਡੇ ਉਹਨਾਂ ਨੇ ਫੋਨ ਦੇ ਵਿੱਚ ਹੈਕ ਵੀ ਕੀਤਾ ਹੁੰਦਾ ਆ, ਫਿਸ਼ਿੰਗ ਈਮੇਲਸ, ਫਿਸ਼ਿੰਗ ਟੈਕਸਟ, ਉਹ ਬਹੁਤ ਜ਼ਿਆਦਾ ਜਿਹੜੇ ਉਹ ਆਉਂਦੇ ਨੇ। ਸੋ ਉਹ ਭਾਈ ਧਿਆਨ ਜਿਹੜਾ ਉਹ ਰੱਖਿਆ ਕਰੋ। ਜਿੱਦਾਂ ਨਕਲੀ ਡੋਮੇਨ ਵੈਬਸਾਈਟਾਂ ਦਾ ਹਰਜੋਤ ਸਿੰਘ ਜੀ ਨੇ ਜ਼ਿਕਰ ਜਿਹੜਾ ਉਹ ਕੀਤਾ ਆ। ਆਪਣੀ ਇਨਫੋਰਮੇਸ਼ਨ ਕਦੀ ਵੀ ਜਿਹੜੀ ਉਹ ਸ਼ੇਅਰ ਨਾ ਕਰੋ। ਜੇ ਤੁਹਾਡੀ ਗੱਟ ਕਹਿ ਰਹੀ ਹੈ ਨਾ, ਤੁਹਾਨੂੰ ਢਿੱਡੋਂ ਆਵਾਜ਼ ਆ ਰਹੀ ਹੈ ਵੀ ਨਹੀਂ ਯਾਰ ਇਹ 'ਚ ਕੁਛ ਗੜਬੜ ਆ, ਦੈਟਸ ਓਕੇ, ਉਹ ਫੋਨ ਕੱਟ ਦਿਓ ਤੇ ਮੁੜ ਕੇ ਦੁਬਾਰਾ ਅਸਲੀ ਬੈਂਕ ਨੂੰ ਆਪ ਕਾਲ ਕਰਕੇ ਜਿਹੜਾ ਉਹ ਕਨਫਰਮ ਤੁਸੀਂ ਕਰ ਸਕਦੇ ਹੈਗੇ ਆ, ਜਾਂ ਉੱਥੇ ਬੈਂਕ ਦੇ ਵਿੱਚ ਜਾ ਕੇ ਜਿਹੜਾ ਉਹ ਤੁਸੀਂ ਕਨਫਰਮ ਕਰ ਸਕਦੇ ਹੈਗੇ ਆ। ਸੋ ਇਹ ਚੀਜ਼ਾਂ ਦਾ ਜਿਹੜਾ ਉਹ ਵਿਸ਼ੇਸ਼ ਧਿਆਨ ਜਿਹੜਾ ਉਹ ਰੱਖਿਆ ਜਾਵੇ। ਆਪਣੇ ਜਿਹੜੇ ਫਾਈਨੈਂਸ਼ੀਅਲ ਅਕਾਊਂਟਸ ਆ ਉੱਥੇ ਚੈੱਕ ਕਰਦੇ ਰਹੋ ਕਿਹੜਾ ਖਾਤੇ ਚੋਂ ਕਿੱਧਰ ਨੂੰ ਪੈਸੇ ਜਾ ਰਹੇ ਆ। ਤੁਹਾਡੇ ਕ੍ਰੈਡਿਟ ਕਾਰਡ ਦੇ ਉੱਤੇ ਕੋਈ ਵਾਧੂ ਚਾਰਜ ਤਾਂ ਨਹੀਂ ਆਏ ਹੋਏ, ਚਾਹੇ ਉਹ $1 ਦਾ ਹੈ ਤੇ ਚਾਹੇ ਉਹ $1000 ਦਾ ਹੈ। ਧਿਆਨ ਜਿਹੜਾ ਉਹ ਜ਼ਰੂਰ ਰੱਖਣਾ ਆ। ਹਮੇਸ਼ਾ ਕੰਪਲੈਕਸ ਪਾਸਵਰਡ ਜਿਹੜੇ ਉਹ ਬਣਾਓ। ਹੁਣ ਤਾਂ ਬਹੁਤ ਸਾਰੇ ਜਿਹੜੇ ਫੋਨ ਆ ਉਹ ਤੁਹਾਨੂੰ ਆਪਣੇ ਕੋਲੋਂ ਹੀ ਸਟਰੋਂਗ ਪਾਸਵਰਡ ਰਿਕਮੈਂਡ ਕਰਦੇ ਆ, ਤੇ ਆਪਣੇ ਪਾਸਵਰਡ ਵਾਲੇ ਵਾਲਟ ਦੇ ਵਿੱਚ ਬੇਸਿਕਲੀ ਐਪ ਹੀ ਹੁੰਦੀ ਆ ਫੋਨ ਦੇ ਵਿੱਚ ਇਨਬਿਲਟ। ਜੇ ਤੁਸੀਂ ਆਈਫੋਨ ਵਰਤਦੇ ਆ ਵੀ ਉਹਦੇ ਵਿੱਚ ਤੁਸੀਂ ਬੰਦਾ ਸੇਵ ਕਰਕੇ ਰੱਖ ਲੈਂਦਾ। ਨਹੀਂ ਤਾਂ ਅੱਜ ਕੱਲ੍ਹ ਬਹੁਤ ਸਾਰੀਆਂ ਇੱਦਾਂ ਦੀਆਂ ਵੈਬਸਾਈਟਸ ਵੀ ਹੈਗੀਆਂ ਜਿਹੜੀਆਂ ਜਿਹਦੇ ਵਿੱਚ ਤੁਸੀਂ ਵੱਖ-ਵੱਖ ਵੈਬਸਾਈਟਸ ਦੇ ਆਪਣੇ ਜਿਹੜੇ ਪਾਸਵਰਡ ਆ ਉਹ ਉਹਨੂੰ ਕਹਿ ਦਿੰਦੇ ਆ ਵੀ ਭਾਈ ਤੁਸੀਂ ਭਰੋ, ਤੁਸੀਂ ਇੱਕ ਪਾਸਵਰਡ ਯਾਦ ਕਰਕੇ ਜਿਹੜਾ ਉਹ ਰੱਖਣਾ ਹੁੰਦਾ ਆ। ਆਪਣੇ ਕਹਿੰਦੇ ਵੀ ਕੰਪਿਊਟਰ ਦੇ ਉੱਤੇ ਜਾਂ ਆਪਣੇ ਫੋਨ ਦੇ ਉੱਤੇ ਜਿਹੜੀਆਂ ਤੁਹਾਡੀਆਂ ਫੇਵਰੇਟ ਵੈਬਸਾਈਟਸ ਆ, ਜਾਂ ਜਿਹੜੀਆਂ ਦੂਜੀਆਂ ਬੈਂਕ ਇੰਸਟੀਟਿਊਸ਼ਨ ਦੀਆਂ ਵੈਬਸਾਈਟਾਂ, ਉਹਨਾਂ ਨੂੰ ਬੁੱਕ ਮਾਰਕ ਕਰਕੇ ਰੱਖੋ। ਲੌਗਇਨ ਵੈਬਸਾਈਟਸ ਤਾਂ ਜੋ ਤੁਹਾਨੂੰ ਈਜ਼ੀਲੀ ਆਵੇ, ਤਾਂ ਜੋ ਇੱਦਾਂ ਦੀਆਂ ਫਿਸ਼ਿੰਗ ਈਮੇਲਸ ਦੇ ਵਿੱਚ ਜਦੋਂ ਕਲਿੱਕ ਕਰਦੇ ਆ ਤਾਂ ਉਹਦੇ ਵਿੱਚ ਨਾ ਆਵੇ। ਕਈ ਵਾਰੀ ਉਹਨਾਂ ਨੇ O ਨੂੰ 0 ਲਿਖਿਆ ਹੁੰਦਾ, 0 ਨੂੰ O ਲਿਖਿਆ ਹੁੰਦਾ, I ਨੂੰ 1 ਲਿਖਿਆ ਹੁੰਦਾ, L ਲਿਖਿਆ ਹੁੰਦਾ। ਸੋ ਕਈ ਤਰੀਕੇ ਦੇ ਨਾਲ ਤੁਹਾਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ। ਜਦੋਂ ਵੀ ਕੋਈ ਤੁਹਾਨੂੰ ਈਮੇਲ ਜ਼ਿਆਦਾ ਸ਼ੱਕੀ ਲੱਗਦੀ ਆ ਤਾਂ ਉਹਦੇ ਧਿਆਨ ਦੇ ਨਾਲ ਪਹਿਲਾਂ ਡੋਮੇਨ ਜਿਹੜਾ ਉਹ ਚੈੱਕ ਕਰਿਆ ਕਰੋ, ਤਾਂ ਜੋ ਤੁਸੀਂ ਆਪਣੇ ਆਪ ਨੂੰ ਬਚਾ ਕੇ ਰੱਖੋ। ਜੀ ਹਰਜੋਤ ਸਿੰਘ ਜੀ, ਸੋ ਬਿਲਕੁਲ ਬਹੁਤ ਇੰਪੋਰਟੈਂਟ ਇਹ ਖਬਰ ਆ। ਸਾਰੇ ਆਪਣੇ ਰਿਸ਼ਤੇਦਾਰ, ਦੋਸਤ ਮਿੱਤਰ ਸਾਰਿਆਂ ਨੂੰ ਸ਼ੇਅਰ ਕਰ ਦਿਓ ਭਈ ਕਿਸੇ ਤਰ੍ਹਾਂ ਦੀ ਵੀ ਇਨਫੋਰਮੇਸ਼ਨ ਨਾ ਦਿਓ, ਨਹੀਂ ਤਾਂ ਤੁਹਾਡਾ ਜਿਹੜਾ ਬੈਂਕ ਅਕਾਊਂਟ ਆ ਟੋਟਲੀ ਵਾਈਪ ਆਊਟ ਹੋ ਸਕਦਾ ਹੈਗਾ ਆ।
ਸੋ ਜੇ ਤੁਹਾਨੂੰ ਇਦਾਂ ਦੀ ਕੋਈ ਕਾਲ ਆਉਂਦੀ, ਈਮੇਲ ਆਉਂਦੀ ਆ, ਇਮੀਡੀਏਟਲੀ ਆਪਣੀ ਬੈਂਕ ਨੂੰ ਡਾਇਰੈਕਟ ਕਾਲ ਕਰੋ। ਉੱਤੇ ਕੋਈ ਇਨਫੋਰਮੇਸ਼ਨ ਨਾ ਦਿਓ ਕਿਸੇ ਤਰ੍ਹਾਂ ਦੀ ਵੀ। ਤੇ ਜਿਹੜੇ ਪਾਸਵਰਡ ਸਟਰੋਂਗ ਰੱਖੋ, ਤੇ 2 ਫੈਕਟਰ ਅਥੈਂਟੀਕੇਸ਼ਨ ਰੱਖੋ। ਜੇ ਤੁਸੀਂ ਲੌਗ ਇਨ ਕਰਦੇ ਆ ਆਪਾਂ ਤੁਹਾਡੇ ਅੱਕ ਜਾਂਦੇ ਹਾਂ ਹਰਜੋਤ ਸਿੰਘ ਜੀ, ਕਈ ਵਾਰੀ ਉਹ ਯਾਰ ਟੈਕਸਟ ਜੇ ਆਊਗਾ ਜਾਂ ਉਹਦਾ ਕੋਡ ਆਊਗਾ ਫਿਰ ਉਹ ਭਰਾਂਗੇ, ਪਰ ਉਹ ਤੁਹਾਡੀ ਸੁਰੱਖਿਆ ਦੇ ਲਈ ਆ। ਸੋ ਇੰਨੇ ਕੁ ਖੇਚਲ ਜਿਹੜੀ ਉਹ ਜ਼ਰੂਰ ਕਰੋ। ਮਿਹਨਤ ਦੀ ਕਮਾਈ ਆ, ਖੂਨ ਪਸੀਨੇ ਦੀ ਕਮਾਈ ਆ। ਸੋ ਇਦਾਂ ਜਿਹੜੀ ਉਹ ਜਾਈ ਨਾ ਜਾਣ ਦਿਓ। ਤੇ ਜੇ ਤੁਹਾਡੇ ਨਾਲ ਕੁਝ ਇਦਾਂ ਦਾ ਹੁੰਦਾ, ਇੰਟਰਨੈਟ ਕ੍ਰਾਈਮ ਕੰਪਲੇਂਟ ਸੈਂਟਰ IC3.gov ਦੇ ਉੱਤੇ ਜਾ ਕੇ ਤੁਸੀਂ ਕੰਪਲੇਂਟ ਕਰ ਸਕਦੇ ਆ। IC3.gov ਦੇ ਉੱਤੇ ਜਾ ਕੇ ਤੁਸੀਂ ਕੰਪਲੇਂਟ ਜਿਹੜੀ ਉੱਥੇ ਕਰ ਸਕਦੇ ਹੈਗੇ ਆ ਜੀ।